बता दें कि मालगाड़ी पटरी से 2 मई को नहीं उड़ीसा उतरी के थी, बालासोर बल्कि में कोरोमंडल ट्रेन एक्सप्रेस हादसा हुआ। डीरेल हुई थी और मालगाड़ी से टकराई थी। इस घटना की जांच अब हावड़ा CBI यशवंतपुर द्वारा एक्सप्रेस के टीटी ने क्या कहा? ड्राइवर के मुताबिक प्रेस कॉन्फ्रेंस में जया ने बताया कि जानकारी टीटी की तरह है। दुर्भाग्यपूर्ण घटना के बाद वो आज से पीछे की असल वजह को लेकर लोग कयास कर रहे हैं। रिपोर्ट्स के मुताबिक फिलहाल ड्राइवर की हालत लोको पायलट की सवालों के घेरे में। आज ये पिक्चर लेके आए लड़का, ये है मेरा लड़का जी मैडम, ये लड़का है मेरा बेटा, ये है मेरा लड़का। 2 ਜੂਨ 2023 ਕੋਰੋਮੰਡਲ ਐਕਸਪ੍ਰੈਸ ਯਸ਼ਵੰਤਪੁਰ ਹਾਵੜਾ ਐਕਸਪ੍ਰੈਸ ਤੇ ਇੱਕ ਮਾਲ ਗੱਡੀ ਦੀ ਟੱਕਰ ਹੋ ਜਾਂਦੀ ਹੈ ਤੇ ਇੱਕ ਬਹੁਤ ਹੀ ਭਿਆਨਕ ਹਾਦਸੇ ਦੀ ਖਬਰ ਪੂਰੇ ਦੇਸ਼ ਭਰ 'ਚ ਫੈਲ ਜਾਂਦੀ ਹੈ। ਕਹਿੰਦੇ ਆ ਕਿ ਇਨਫਰਾਸਟ੍ਰਕਚਰ ਕਿਸੇ ਵੀ ਦੇਸ਼ ਦੀ ਸੂਰਤ ਬਦਲ ਸਕਦਾ ਹੈ ਤੇ ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਸਾਡਾ ਗੁਆਂਢੀ ਦੇਸ਼ ਚੀਨ। ਤੇ ਇਨਫਰਾਸਟ੍ਰਕਚਰ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਰੇਲਵੇ ਨੂੰ, ਕਿਉਂਕਿ ਰੇਲਵੇ ਨੈਟਵਰਕ ਕਿਸੇ ਵੀ ਦੇਸ਼ ਦੀ ਲਾਈਫਲਾਈਨ ਮੰਨਿਆ ਜਾਂਦਾ ਹੈ। ਤੇ ਉਹ ਇਸ ਲਈ ਕਿਉਂਕਿ ਅੱਜ ਦੁਨੀਆ ਦੀ ਵੱਡੀ ਤੋਂ ਵੱਡੀ ਇਕਨੋਮੀ ਦੇ ਰੂਪ ਦੇ ਵਿੱਚ ਖੜੇ ਦੇਸ਼ਾਂ ਨੂੰ ਉਹਨਾਂ ਦੇ ਰੇਲਵੇ ਨੈਟਵਰਕ ਨੇ ਬਹੁਤ ਸਪੋਰਟ ਕੀਤਾ। ਭਾਰਤ ਦਾ ਰੇਲ ਨੈਟਵਰਕ ਅਮਰੀਕਾ, ਰਸ਼ੀਆ ਤੇ ਚਾਈਨਾ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ, ਜਿਹਦੇ ਤੇ ਰੋਜ਼ ਘੱਟੋ ਘੱਟ 12,500 ਟ੍ਰੇਨਾਂ ਚੱਲਦੀਆਂ ਨੇ। ਫਾਈਨੈਂਸ਼ੀਅਲ ਈਅਰ 2023-24 ਦੇ ਵਿੱਚ ਭਾਰਤੀ ਰੇਲਵੇ ਨੂੰ 2.40 ਲੱਖ ਕਰੋੜ ਦਾ ਆਊਟਲੇ ਦਿੱਤਾ ਗਿਆ ਤੇ ਭਾਰਤ ਦੇ ਵਿੱਚ ਰੋਜ਼ਾਨਾ ਕਰੀਬ 2.5 ਕਰੋੜ ਲੋਕ ਰੇਲ ਰਾਹੀਂ ਸਫ਼ਰ ਕਰਦੇ ਆ, ਜੋ ਕਿ ਆਸਟ੍ਰੇਲੀਆ ਕੰਟੀਨੈਂਟ ਦੀ ਟੋਟਲ ਆਬਾਦੀ ਦੇ ਬਰਾਬਰ ਹੈ। ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਭਾਰਤ ਨੂੰ ਰਿਲਾਇਬਲ ਤੇ ਐਡਵਾਂਸ ਟਰਾਂਸਪੋਰਟ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ ਤੇ ਜਿਹਦੇ 'ਚ ਭਾਰਤ ਰੇਲਵੇ ਤੇ ਸਭ ਤੋਂ ਜ਼ਿਆਦਾ ਡਿਪੈਂਡ ਹੈ। ਇਸ ਤੋਂ ਇਲਾਵਾ ਜ਼ਰੂਰੀ ਚੀਜ਼ਾਂ ਨੂੰ ਵੀ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਰੇਲ ਰਾਹੀਂ ਲਿਜਾਣ ਦਾ ਜੋ ਅੰਕੜਾ ਉਹ ਵੀ ਕਾਫੀ ਵੱਡਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦੇ ਹੋਏ ਕਿਤੇ ਤਾਂ ਅਸੀਂ ਬੁਲਟ ਟ੍ਰੇਨ ਭਜਾਉਣ ਦੀਆਂ ਗੱਲਾਂ ਕਰਦੇ ਹਾਂ ਤੇ ਦੂਜੇ ਪਾਸੇ ਸਾਡੀਆਂ ਨਾਰਮਲ ਟ੍ਰੇਨਾਂ ਦਾ ਆਹ ਹਾਲ ਹੈ। ਬੁਲਟ ਟ੍ਰੇਨ ਜਿਹੜੀ ਕਿ 200-250 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਚੱਲਦੀ ਹੈ ਤੇ ਸਾਡੀ ਨਾਰਮਲ ਟ੍ਰੇਨ ਜਿਹੜੀ 100-130 ਕਿਲੋਮੀਟਰ ਤੱਕ ਜਾਂਦੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਹੁਣ ਇਹਦਾ ਕਾਰਨ ਕੀ ਸੀ, ਇਹਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ, ਪਰ ਸ਼ੁਰੂਆਤੀ ਜਾਂਚ ਨੂੰ ਦੇਖਦੇ ਹੋਏ ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਿਗਨਲ ਦੇ ਵਿੱਚ ਕੋਈ ਫਾਲਟ ਸੀ ਤੇ ਕੋਈ ਦਾ ਕਹਿਣਾ ਹੈ ਕਿ ਜੋ ਇਲੈਕਟ੍ਰੋਨਿਕ ਟਰੈਕ ਸਵਿਚਿੰਗ ਸਿਸਟਮ ਹੈ ਉਹਦੇ ਵਿੱਚ ਕੋਈ ਐਰਰ ਸੀ। ਖੈਰ ਕਾਰਨ ਕੋਈ ਵੀ ਹੋਵੇ, ਪਰ ਇਦਾਂ ਦੇ ਖਤਰਨਾਕ ਹਾਦਸੇ ਦੇ ਵਿੱਚ ਲੱਗੇ ਲਾਸ਼ਾਂ ਦੇ ਢੇਰ ਤੇ ਲੋਕਾਂ ਦੀਆਂ ਚੀਕਾਂ ਨੇ ਨਾ ਬੜੇ ਸਵਾਲ ਖੜੇ ਕਰਤੇ ਆ। मो कैमरा पर्सन सरोज को कहबी ये जो जो मृतदेह एठी थुआ होईची से चित्र को से माने खोजुचंती से भीतर से मानकर संपर्कियों को। तो दूजे पासे साडे पॉलिटिशियंस साडे लीडर ने साबित करता कि सिचुएशन चाहे कोई भी होवे ਉਹਨੂੰ ਉਹ ਆਪਣੀ ਰਾਜਨੀਤੀ ਚਮਕਾਉਣ ਲਈ ਚੰਗੀ ਤਰ੍ਹਾਂ ਉਪਯੋਗ ਕਰਨਾ ਜਾਣਦੇ ਆ। ਹੋਇਆ ਕੁਝ ਐਦਾਂ ਹੀ ਕਿ ਹਾਦਸੇ ਦੇ ਕੁਝ ਹੀ ਘੰਟਿਆਂ ਬਾਅਦ ਰਾਜਨੀਤਿਕ ਬਿਆਨ ਆਉਣੇ ਸ਼ੁਰੂ ਹੋ ਗਏ। ਆਪੋਜੀਸ਼ਨ ਪਾਰਟੀਆਂ ਦੇ ਆਲਮੋਸਟ ਸਾਰੇ ਹੀ ਲੀਡਰ ਰੇਲਵੇ ਮਿਨਿਸਟਰ ਅਸ਼ਨਵੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਨ ਲੱਗੇ। ਸ਼ਾਇਦ ਨੈਤਿਕ ਜ਼ਿੰਮੇਵਾਰੀ ਦੇ ਨਾਤੇ ਜਾਂ ਫਿਰ ਇਨਸਾਨੀਅਤ ਦੇ ਨਾਤੇ ਤੁਹਾਨੂੰ ਇਹ ਚੀਜ਼ ਠੀਕ ਵੀ ਲੱਗੇ, ਬਟ ਇਹਦੇ ਨਾਲ ਇਸ ਚੀਜ਼ ਦੀ ਗਾਰੰਟੀ ਕੌਣ ਦੇਗਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਦਾ ਕੋਈ ਖਤਰਨਾਕ ਹਾਦਸਾ ਨਹੀਂ ਹੋਏਗਾ। ਮੇਰੇ ਓਪੀਨੀਅਨ ਦੇ ਅਕੋਰਡਿੰਗ ਐਦਾਂ ਦੇ ਟਾਈਮ ਤੇ ਰੇਲਵੇ ਮਿਨਿਸਟਰ ਦਾ ਅਸਤੀਫਾ ਦੇਣਾ ਜਾਂ ਫਿਰ ਅਸਤੀਫਾ ਮੰਗਣਾ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈ। ਤੇ ਇਸ ਚੀਜ਼ ਦਾ ਕਲੈਰੀਫਿਕੇਸ਼ਨ ਦੇਣ ਲਈ ਨਾ ਮੈਂ ਤੁਹਾਡੇ ਨਾਲ ਕੁਝ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੂੰਗਾ। ਸਾਲ 1950 ਜਦੋਂ ਨਹਿਰੂ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇਸ਼ ਦੇ ਰੇਲ ਮੰਤਰੀ ਸੀ, ਤਾਮਿਲਨਾਡੂ ਦੇ ਆਰਿਆਲੂਰ ਚ ਟ੍ਰੇਨ ਐਕਸੀਡੈਂਟ ਚ 144 ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਜੀ ਅਸਤੀਫਾ ਦੇ ਦਿੰਦੇ ਆ। ਤੇ ਇਸ ਤੋਂ 43 ਸਾਲ ਬਾਅਦ 1999 ਚ ਜਦੋਂ ਅਟਲ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਨਿਤਿਸ਼ ਕੁਮਾਰ ਰੇਲਵੇ ਮਿਨਿਸਟਰ, ਉਸ ਟਾਈਮ ਤੇ ਅਸਾਮ ਦੇ ਗੈਸਲ ਚ ਹੋਏ ਰੇਲ ਹਾਦਸੇ ਚ 290 ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਨਿਤਿਸ਼ ਕੁਮਾਰ ਅਸਤੀਫਾ ਦੇ ਦਿੰਦੇ ਆ। ਸਾਲ 2000 ਚ ਇੱਕ ਹੋਰ ਰੇਲ ਦੁਰਘਟਨਾ ਹੁੰਦੀ ਹੈ, ਜਿਸ ਤੋਂ ਬਾਅਦ ਰੇਲ ਮੰਤਰੀ ਮਮਤਾ ਬੈਨਰਜੀ ਆਪਣਾ ਅਸਤੀਫਾ ਦੇ ਦਿੰਦੀ ਹੈ, ਪਰ ਕੇਂਦਰ ਸਰਕਾਰ ਉਹਨਾਂ ਦੇ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੰਦੀ। ਸਾਲ 2017 4 ਦਿਨਾਂ ਦੇ ਅੰਦਰ ਹੀ 2 ਟ੍ਰੇਨਾਂ ਆਪਣੀ ਪਟੜੀ ਤੋਂ ਉਤਰ ਜਾਂਦੀਆਂ ਨੇ ਤੇ ਕਾਨਪੁਰ ਦੇ ਕੋਲ ਹੋਈ ਇੱਕ ਦੁਰਘਟਨਾ ਦੇ ਵਿੱਚ 150 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਤਤਕਾਲੀਨ ਰੇਲ ਮੰਤਰੀ ਸੁਰੇਸ਼ ਪ੍ਰਭੂ ਆਪਣਾ ਅਸਤੀਫਾ ਦੇ ਦਿੰਦੇ ਆ। ਰਿਪੋਰਟਾਂ ਦੀ ਮੰਨੀਏ ਤਾਂ 300 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1100 ਤੋਂ ਵੱਧ ਜ਼ਖਮੀ ਨੇ, ਬਟ ਅਸਲੀ ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ, ਕਿਉਂਕਿ ਬਹੁਤੀ ਵੱਡੀ ਗੱਲ ਨਹੀਂ ਹੈ, ਕਿਉਂਕਿ ਹਰ ਵਾਰੀ ਸਾਡੇ ਤੋਂ ਅੰਕੜੇ ਛੁਪਾਏ ਜਾਂਦੇ ਨੇ। ਹਾਲਾਤ ਇੰਨੇ ਕੁ ਖਰਾਬ ਹੋ ਗਏ ਸੀ ਕਿ ਲੋਕਾਂ ਨੂੰ ਆਪਣੇ ਪਰਿਵਾਰ ਵਾਲਿਆਂ ਦੇ ਸਰੀਰ ਤੱਕ ਨਹੀਂ ਸੀ ਮਿਲ ਰਹੇ ਤੇ ਕਈ ਲੋਕ ਤਾਂ ਹਜੇ ਵੀ ਲਾਪਤਾ ਨੇ। ਇੱਕ ਪਿਤਾ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਸਿਰਫ ਇਸ ਕਰਕੇ ਪਹਿਚਾਣਿਆ ਕਿਉਂਕਿ ਉਹਨੇ ਲਾਲ ਸ਼ਰਟ ਪਾਈ ਹੋਈ ਸੀ ਜਿਹੜੀ ਕਿ ਉਹਦੇ ਪਿਤਾ ਨੇ ਉਹਨੂੰ ਲੈ ਕੇ ਦਿੱਤੀ ਸੀ। पहचान आया जो बॉडी जो था ना, इस कमीज जो था ना, कमीज में मतलब उसका लाल सिलवाया था। ਕਈ ਲਾਸ਼ਾਂ ਦੀ ਤਾਂ ਹਜੇ ਤੱਕ ਪਹਿਚਾਣ ਹੀ ਨਹੀਂ ਹੋ ਪਾਈ ਹੈ, ਤਾਂ ਇਸ ਤੇ ਐਡਮਿਨਿਸਟ੍ਰੇਸ਼ਨ ਨੇ ਨਿਰਦੇਸ਼ ਦਿੱਤੇ ਕਿ ਡੀਐਨਏ ਜਾਂਚ ਤੋਂ ਬਾਅਦ ਹੀ ਉਹ ਸਰੀਰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੇ ਜਾ ਸਕਦੇ ਆ। ਇਸ ਤੋਂ ਬਾਅਦ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਦੁਰਘਟਨਾ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ ਤੇ ਰੇਲਵੇ ਡਿਪਾਰਟਮੈਂਟ ਨੇ ਸਰਕਾਰ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਰਕਾਰ ਨੇ ਇਸ ਘਟਨਾ ਦੀ ਫਰਦਰ ਇਨਵੈਸਟੀਗੇਸ਼ਨ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਦੇ ਦਿੱਤੀ ਹੈ। ਹੁਣ ਇਹਦੇ ਪਿੱਛੇ ਵਾਕਈ ਕੋਈ ਸਾਜ਼ਿਸ਼ ਹੈ ਜਾਂ ਫਿਰ ਇੱਕ ਨਾਰਮਲ ਟ੍ਰੇਨ ਐਕਸੀਡੈਂਟ ਹੈ, ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ। ਹੁਣ ਇਸ ਘਟਨਾ ਨੂੰ ਲੈ ਕੇ ਨਾ ਲੋਕਾਂ ਦੇ ਅਲੱਗ-ਅਲੱਗ ਪੁਆਇੰਟ ਆਫ ਵਿਊ ਨੇ, ਜਿਨ੍ਹਾਂ ਨੂੰ ਲੈ ਕੇ ਨਿਊਜ਼ ਚੈਨਲਾਂ ਜਾਂ ਫਿਰ ਕਮੈਂਟਾਂ ਦੇ ਵਿੱਚ ਡਿਬੇਟ ਚੱਲਦੀ ਰਹਿੰਦੀ ਹੈ। ਆਪਾਂ ਵੀ ਉਹਨਾਂ 'ਚੋਂ ਕੁਝ ਪੁਆਇੰਟ ਡਿਸਕਸ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਸਵਾਲ ਖੜਾ ਹੋ ਜਾਂਦਾ ਹੈ ਇੰਡੀਅਨ ਰੇਲਵੇਜ਼ ਦੇ ਕਵਚ ਸਿਸਟਮ ਤੇ। ਕਹਿੰਦੇ ਇਹ ਇੱਕ ਇਦਾਂ ਦਾ ਹਾਈ ਸਿਕਿਉਰਿਟੀ ਸਿਸਟਮ ਹੈ ਜਿਹਨੂੰ ਕਿ ਇੰਸਟਾਲ ਕਰਨ ਤੋਂ ਬਾਅਦ ਟ੍ਰੇਨ ਦੇ ਡਰਾਈਵਰ ਨੂੰ 10 ਕਿਲੋਮੀਟਰ ਪਹਿਲਾਂ ਪਤਾ ਲੱਗ ਜਾਂਦਾ ਹੈ
ਜਾਂਦਾ ਕਿ ਅੱਗੇ ਕੋਈ ਰੁਕਾਵਟ ਹੈ ਜਾਂ ਫਿਰ ਅੱਗੇ ਤੋਂ ਕੋਈ ਟ੍ਰੇਨ ਆ ਰਹੀ ਹੈ ਸੇਮ ਪਟੜੀ ਤੇ ਇਹ ਸਿਸਟਮ ਟ੍ਰੇਨ ਨੂੰ 30 ਕਿਲੋਮੀਟਰ ਤੱਕ ਦੀ ਸਪੀਡ ਤੇ ਲੈ ਆਉਂਦਾ, ਜਿਸ ਤੋਂ ਬਾਅਦ ਲੋਕੋ ਪਾਇਲਟ ਦੁਆਰਾ ਇਸ ਟ੍ਰੇਨ ਨੂੰ ਰੋਕਣਾ ਸੌਖਾ ਹੋ ਜਾਂਦਾ ਹੈ। ਤੇ ਜੇਕਰ ਇਸ ਕਵਚ ਸਿਸਟਮ ਬਾਰੇ ਗੱਲ ਕਰਾਂ ਤਾਂ ਇਹ 2012 ਚ ਲਾਂਚ ਕੀਤਾ ਗਿਆ ਸੀ ਰੇਲਵੇ ਮਿਨਿਸਟਰ ਦੁਆਰਾ ਤੇ 2016 ਚ ਇਸ ਸਿਸਟਮ ਦੇ ਟ੍ਰਾਇਲ ਹੋਣੇ ਸ਼ੁਰੂ ਹੋਏ ਸੀ, ਪਰ ਅਸਲ ਦੇ ਵਿੱਚ ਇਹਨੂੰ 4 ਮਾਰਚ 2022 ਤੋਂ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਗਿਆ ਸੀ। ਇੰਡੀਆ ਦੇ ਰੇਲਵੇ ਟਰੈਕ ਦੀ ਗੱਲ ਕਰਾਂ ਤਾਂ 68,043 ਕਿਲੋਮੀਟਰ ਲੰਬਾ ਹੈ, ਜਿਹਦੇ ਵਿੱਚੋਂ ਸਿਰਫ 2000 ਕਿਲੋਮੀਟਰ ਤੇ ਹੀ ਇਹ ਕਵਚ ਸਿਸਟਮ ਵਿਛਿਆ ਹੋਇਆ। ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ 10 ਸਾਲ ਹੋ ਚੁੱਕੇ ਹੈ ਇੱਕ ਸਿਸਟਮ ਨੂੰ ਲਾਂਚ ਹੁੰਦੇ, ਉਸ ਤੋਂ ਬਾਅਦ ਉਹਦੇ ਵਿੱਚ ਅਪਗ੍ਰੇਡ ਇੰਪਰੂਵਮੈਂਟ ਕਰਦੇ ਤੇ ਜੇਕਰ 10 ਸਾਲਾਂ ਚ ਹਜੇ ਤੱਕ ਉਹ ਸਿਰਫ 2.9% ਟ੍ਰੇਨਾਂ ਦੇ ਟਰੈਕ ਤੇ ਹੀ ਵਿਛਿਆ ਹੈ ਤਾਂ ਫਿਰ ਅੱਗੇ ਕਿੰਨਾ ਟਾਈਮ ਲੱਗ ਜਾਏਗਾ ਉਹਨੂੰ ਓਵਰਆਲ ਸਾਰੀਆਂ ਟ੍ਰੇਨਾਂ ਤੱਕ ਪਹੁੰਚਦੇ। ਤੇ ਦੂਜੇ ਪਾਸੇ ਕੁਝ ਐਕਸਪਰਟਸ ਦਾ ਕਹਿਣਾ ਹੈ ਕਿ ਜੇਕਰ ਇੱਥੇ ਕਵਚ ਸਿਸਟਮ ਹੁੰਦਾ ਵੀ ਤਾਂ ਵੀ ਇਸ ਹਾਦਸੇ ਨੂੰ ਰੋਕਿਆ ਨਹੀਂ ਸੀ ਜਾ ਸਕਦਾ, ਕਿਉਂਕਿ ਇੱਕ ਟ੍ਰੇਨ ਡਰਾਈਵਰ ਨੂੰ 10 ਕਿਲੋਮੀਟਰ ਤੱਕ ਪਹਿਲਾਂ ਪਤਾ ਲੱਗ ਜਾਂਦਾ ਕਿ ਕੀ ਸਿਚੁਏਸ਼ਨ ਹੈ। ਬਟ ਜੇਕਰ ਅਚਾਨਕ ਹੀ ਟ੍ਰੇਨ ਆਪਣੀ ਲੂਪ ਲਾਈਨ ਦੇ ਵਿੱਚ ਚਲੀ ਜਾਵੇ ਜਿੱਥੇ ਕਿ 10 ਮੀਟਰ ਅੱਗੇ ਇੱਕ ਨਵੀਂ ਟ੍ਰੇਨ ਖੜੀ ਹੋਵੇ ਤਾਂ ਉਸ ਟਾਈਮ ਤੇ ਟ੍ਰੇਨ ਦੇ ਐਮਰਜੈਂਸੀ ਬ੍ਰੇਕ ਲਾਉਣਾ ਆਪਣੇ ਆਪ 'ਚ ਇੱਕ ਨਵੇਂ ਹਾਦਸੇ ਨੂੰ ਦਾਵਤ ਦੇਣਾ ਹੈ। ਇਸ ਤੋਂ ਪਹਿਲਾਂ 8 ਫਰਵਰੀ 2023 ਨੂੰ ਮੈਸੂਰ ਦੇ ਸਬ ਡਿਵੀਜ਼ਨ 'ਚ ਟ੍ਰੇਨ ਨੰਬਰ 12649 ਸੰਪਰਕ ਕ੍ਰਾਂਤੀ ਐਕਸਪ੍ਰੈਸ ਦੇ ਨਾਲ ਵੀ ਇਦਾਂ ਦੀ ਇੱਕ ਸਿਗਨਲ ਫਾਲਟ ਦੀ ਪ੍ਰੋਬਲਮ ਆਈ ਸੀ। ਇਹਦੇ ਚੱਲਦੇ ਹੋਏ ਟ੍ਰੇਨ ਗਲਤ ਲਾਈਨ ਤੇ ਚੜ ਜਾਂਦੀ ਹੈ, ਪਰ ਟ੍ਰੇਨ ਦੀ ਸਪੀਡ ਘੱਟ ਹੋਣ ਕਰਕੇ ਤੇ ਲੋਕੋ ਪਾਇਲਟ ਦੀ ਅਲਰਟਨੈਸ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਜਾਂਦਾ ਹੈ। ਇਸ ਇਨਸੀਡੈਂਟ ਤੋਂ ਬਾਅਦ ਰੇਲਵੇ ਦੇ ਅਫੀਸ਼ੀਅਲਸ ਨੂੰ ਸਿਗਨਲ ਸਿਸਟਮ ਦੀ ਜਾਂਚ ਕਰਨ ਲਈ ਕਿਹਾ ਗਿਆ, ਪਰ ਸ਼ਾਇਦ ਹਾਦਸਾ ਹੋਣ ਤੋਂ ਬਚ ਗਿਆ ਸੀ ਜਾਂ ਫਿਰ ਸ਼ਾਇਦ ਕਿਸੇ ਦਾ ਨੁਕਸਾਨ ਨਹੀਂ ਹੋਇਆ, ਇਸ ਲਈ ਇਸ ਚੀਜ਼ ਨੂੰ ਇਗਨੋਰ ਕਰ ਦਿੱਤਾ ਗਿਆ। ਤੇ ਜੇਕਰ ਇਸ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਹੁੰਦੀ ਤਾਂ ਸ਼ਾਇਦ ਆਹ ਐਡਾ ਵੱਡਾ ਹਾਦਸਾ ਹੋਣ ਤੋਂ ਹੀ ਬਚ ਜਾਂਦਾ। ਇਸ ਤੋਂ ਬਾਅਦ ਅਗਲਾ ਪੁਆਇੰਟ ਇਹ ਹੈ ਕਿ ਸਾਲ 2021-22 ਦੇ ਵਿੱਚ ਇੰਡੀਅਨ ਰੇਲਵੇਜ਼ ਨੂੰ 15,000 ਕਰੋੜ ਦਾ ਨੁਕਸਾਨ ਹੋਇਆ ਤੇ ਇਸ ਦਾ ਅਸਰ ਇਹ ਹੋਇਆ ਕਿ ਅੱਜ ਦੇ ਟਾਈਮ ਤੇ ਇੰਡੀਅਨ ਰੇਲਵੇ ਆਪਣੇ ਡੈਮੇਜ ਟਰੈਕਸ ਨੂੰ ਵੀ ਟਾਈਮ ਤੇ ਰਿਪੇਅਰ ਨਹੀਂ ਕਰਵਾ ਪਾ ਰਹੀ ਹੈ। ਰੇਲਵੇ ਲਾਈਨਾਂ ਨੂੰ ਮੈਨੇਜ ਕਰਨ ਲਈ ਪ੍ਰੋਪਰ ਸਟਾਫ ਨਹੀਂ ਹੈ ਤੇ ਰੇਲਵੇ ਪਟੜੀਆਂ ਤੇ ਉਹਨਾਂ ਦੀ ਕੈਪੈਸਿਟੀ ਤੋਂ ਵੱਧ ਟ੍ਰੇਨਾਂ ਦੌੜ ਰਹੀਆਂ ਨੇ। ਸਿਸਟਮ ਨੂੰ ਐਡਵਾਂਸ ਤੇ ਸਟੀਕ ਬਣਾਉਣ ਲਈ ਪੈਸੇ ਨਹੀਂ ਹੈ। ਹੁਣ ਇਹ ਸਾਰੀਆਂ ਚੀਜ਼ਾਂ ਸੁਣ ਕੇ ਜ਼ਿਆਦਾਤਰ ਲੋਕ ਪਤਾ ਕੀ ਕਹਿੰਦੇ ਆ ਕਿ ਸਰਕਾਰ ਦੀਆਂ ਨੀਤੀਆਂ ਹੀ ਗਲਤ ਹੋਣਗੀਆਂ। ਜੇਕਰ ਕਿਸੇ ਦੇਸ਼ ਦੀ ਲਾਈਫਲਾਈਨ ਹੀ ਇੰਨੀ ਕ੍ਰਿਟੀਕਲ ਸਿਚੁਏਸ਼ਨ 'ਚ ਚੱਲ ਰਹੀ ਹੈ ਤਾਂ ਬਾਕੀ ਸੈਕਟਰ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਤਰੈਂਦੀ ਖੁੰਦੀ ਕਸਰ ਕਰਪਸ਼ਨ ਪੂਰੀ ਕਰ ਦਿੰਦਾ ਹੈ। ਇਨਫਰਾਸਟ੍ਰਕਚਰ ਬਿਲਡਿੰਗ ਦਾ ਤਾਂ ਇੰਨਾ ਕੁ ਬੁਰਾ ਹਾਲ ਹੈ ਕਿ 1700 ਕਰੋੜ ਦੀ ਲਾਗਤ ਨਾਲ ਬਿਹਾਰ 'ਚ ਬਣ ਰਿਹਾ ਇੱਕ ਪੁਲ ਹਵਾ ਦੇ ਤੇਜ਼ ਹਲਾਰਿਆਂ ਨਾਲ ਹੀ ਡਿੱਗ ਪੈਂਦਾ ਹੈ ਤੇ ਕੋਈ ਪਹਿਲੀ ਵਾਰ ਨਹੀਂ ਡਿੱਗਿਆ, ਇਹ ਦੂਜੀ ਵਾਰ ਡਿੱਗ ਰਿਹਾ ਹੈ। ਤੇ ਇਹਦੇ ਨਾਲ ਰੇਲਵੇ ਦੇ ਨੁਕਸਾਨ ਲਈ ਕੁਝ ਆਪਣੇ ਲੋਕ ਵੀ ਜ਼ਿੰਮੇਦਾਰ ਨੇ, ਕਿਉਂਕਿ ਅੱਜ ਦੇ ਟਾਈਮ ਤੇ ਰੇਲਵੇ ਨੂੰ ਆਹ ਟ੍ਰੇਨਾਂ 'ਚੋਂ ਗੁਟਕਾ ਪਾਨ ਮਸਾਲਿਆਂ ਦੇ ਦਾਗ ਹਟਾਉਣ ਲਈ ਹੀ ਸਾਲ ਦੇ 1200 ਕਰੋੜ ਰੁਪਏ ਖਰਚ ਕਰਨੇ ਪੈਂਦੇ ਆ। 1200 ਕਰੋੜ ਸੁਣ ਕੇ ਹੈਰਾਨੀ ਹੁੰਦੀ ਹੈ ਨਾ, ਪਰ ਇਹੀ ਸੱਚ ਹੈ। ਅੱਜ ਦੇ ਟਾਈਮ ਤੇ ਸੋਸ਼ਲ ਮੀਡੀਆ ਦੀ ਪਾਵਰ ਇੰਨੀ ਕਿ ਵੱਧ ਚੁੱਕੀ ਹੈ, ਅਵੇਅਰਨੈਸ ਇੰਨੀ ਕਿ ਵੱਧ ਚੁੱਕੀ ਹੈ ਕਿ ਜਿੱਥੇ ਸਾਡੇ ਨਾਲ ਕੁਝ ਨਾ ਕੁਝ ਗਲਤ ਹੁੰਦਾ ਅਸੀਂ ਕੈਮਰਾ ਖੋਲ ਕੇ ਖੜ ਜਾਂਦੇ ਹਾਂ। ਸੰਵਿਧਾਨ ਤੋਂ ਮਿਲੇ ਮੌਲਿਕ ਅਧਿਕਾਰਾਂ ਬਾਰੇ ਤਾਂ ਅਸੀਂ ਬੜਾ ਵੱਧ ਚੜ ਕੇ ਬੋਲਦੇ ਹਾਂ, ਪਰ ਕਿਤੇ ਨਾ ਕਿਤੇ ਕਨਸਟੀਟਿਊਸ਼ਨ 'ਚ ਲਿਖੀਆਂ ਮੋਰਲ ਡਿਊਟੀਜ਼ ਨੂੰ ਅਸੀਂ ਭੁੱਲ ਜਾਂਦੇ ਹਾਂ, ਜਿਹਦੇ ਵਿੱਚੋਂ ਦੇਸ਼ ਦੀ ਸੰਪत्ति ਦੀ ਸੁਰੱਖਿਆ ਕਰਨਾ ਵੀ ਸਾਡੀ ਇੱਕ ਮੋਰਲ ਡਿਊਟੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਜੋ ਅਗਨੀਵੀਰ ਸਕੀਮ ਦੇ ਵਿਰੋਧ 'ਚ ਜੋ ਪ੍ਰੋਟੈਸਟ ਹੋਇਆ ਸੀ ਉਹਦੇ ਤੋਂ ਹੀ ਰੇਲਵੇ ਨੂੰ 1000 ਕਰੋੜ ਦਾ ਨੁਕਸਾਨ ਹੋਇਆ। ਸਿਰਫ ਉਹੀ ਨਹੀਂ, ਜਦੋਂ ਵੀ ਜਿੱਥੇ ਵੀ ਕੋਈ ਨਾ ਕੋਈ ਨੁਕਸਾਨ ਹੁੰਦਾ ਹੈ ਅਸੀਂ ਆਪਣੀ ਹੀ ਸੰਪत्ति ਨੂੰ ਜਾਂ ਤਾਂ ਅੱਗ ਲਾ ਦਿੰਦੇ ਹਾਂ ਜਾਂ ਫਿਰ ਭੰਨ ਤੋੜ ਕਰ ਦਿੰਦੇ ਹਾਂ। ਸਾਡਾ ਕਨਸਟੀਟਿਊਸ਼ਨ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਦਿੰਦਾ ਹੈ, ਬਟ ਇਹਦਾ ਮਤਲਬ ਇਹ ਥੋੜੀ ਨਾ ਵੀ ਅਸੀਂ ਆਪਣੀ ਹੀ ਸੰਪत्ति ਜਾਂ ਫਿਰ ਦੇਸ਼ ਦੀ ਸੰਪत्ति ਨੂੰ ਹੀ ਭੰਨ ਤੋੜ ਕਰ ਦਈਏ ਜਾਂ ਫਿਰ ਅੱਗਾਂ ਲਾ ਦਈਏ। ਫਿਰ ਕੁਝ ਲੋਕ ਕਹਿੰਦੇ ਆ ਜੀ ਇਸ ਤੋਂ ਬਿਨਾਂ ਸਾਡੀ ਸਰਕਾਰ ਸੁਣਦੀ ਕਿੱਥੇ ਹੈ। ਆ ਪਿੱਛੇ ਜੇ ਉੱਤਰਾਖੰਡ 'ਚ ਐਗਜ਼ਾਮੀਨੇਸ਼ਨ ਨੂੰ ਲੈ ਕੇ ਜਿਹੜੇ ਸਟੂਡੈਂਟ ਸ਼ਾਂਤੀਪੂਰਨ ਆਪਣਾ ਪ੍ਰਦਰਸ਼ਨ ਕਰ ਰਹੇ ਸੀ, ਜਾਂ ਫਿਰ ਤੁਸੀਂ ਦੇਖਿਆ ਹੋਣਾ ਹੈ ਕਿ ਦਿੱਲੀ 'ਚ ਜਿਹੜੇ ਰੈਸਲਰ ਸ਼ਾਂਤੀਪੂਰਨ ਆਪਣਾ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਕੀ ਹਾਲਾਤ ਹੋਏ ਆ। ਪਰ ਫਿਰ ਵੀ ਮੈਂ ਕਹੂੰਗਾ ਕਿ ਪ੍ਰੋਟੈਸਟ ਦੇ ਵਿੱਚ ਵਾਇਲੈਂਸ ਲੈ ਕੇ ਆਉਣਾ ਕਿਤੇ ਨਾ ਕਿਤੇ ਸਹੀ ਨਹੀਂ ਹੈ। ਹੋ ਸਕਦਾ ਇਸ ਚੀਜ਼ ਤੇ ਬਹੁਤ ਸਾਰੇ ਲੋਕ ਮੇਰੇ ਨਾਲ ਐਗਰੀ ਨਾ ਹੋਣ, ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰਾਂ 5 ਸਾਲ 10 ਸਾਲ 15 ਸਾਲ ਬਾਅਦ ਚਲੀਆਂ ਜਾਂਦੀਆਂ ਨੇ, ਨੁਕਸਾਨ ਸਾਡੇ ਵਰਗੇ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ। ਆ ਜਿਹੜਾ ਟ੍ਰੇਨ ਹਾਦਸਾ ਹੋਇਆ ਇਹਦੇ ਵਿੱਚ ਵੀ ਕੋਈ ਪੋਲੀਟੀਕਲ ਲੀਡਰ ਜਾਂ ਫਿਰ ਕੋਈ ਬਹੁਤੇ ਵੱਡੇ ਬਿਜ਼ਨਸਮੈਨ ਨਹੀਂ ਸੀ ਬੈਠੇ, ਆਮ ਲੋਕਾਂ ਦੀ ਹੀ ਡੈਥ ਹੋਈ ਹੈ ਤੇ ਆਮ ਲੋਕ ਹੀ ਜ਼ਖਮੀ ਹੋਏ ਆ। ਜਿਹੜਾ ਪੈਸਾ ਸਾਡੇ ਦੁਆਰਾ ਕੀਤੀ ਗਈ ਭੰਨ ਤੋੜ ਤੇ ਲੱਗਿਆ ਜਾਂ ਫਿਰ ਸਾਡੇ ਪ੍ਰੋਟੈਸਟ ਨੂੰ ਰੋਕਣ ਤੇ ਲੱਗਿਆ, ਕਿਤੇ ਨਾ ਕਿਤੇ ਜੇਕਰ ਉਹ ਸਾਡੀ ਸੁਰੱਖਿਆ ਤੇ ਲੱਗਿਆ ਹੁੰਦਾ ਸ਼ਾਇਦ ਇਹ ਟ੍ਰੇਨ ਹਾਦਸਾ ਹੋਣ ਤੋਂ ਬਚ ਜਾਂਦਾ। ਤੇ ਇਹਦੇ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਪੁਰਾਣੇ ਜਿੰਨੇ ਵੀ ਹਿਸਟਰੀ ਦੇ ਪ੍ਰੋਟੈਸਟ ਹੋਏ ਆ ਨਾ ਤੁਸੀਂ ਉਹ ਕੱਢ ਕੇ ਦੇਖੋ, ਜਿੰਨੇ ਵੀ ਪ੍ਰੋਟੈਸਟ ਸ਼ਾਂਤੀਪੂਰਨ ਹੋਏ ਆ ਨਾ ਕਿਤੇ ਨਾ ਕਿਤੇ ਜਿੱਤ ਉਹਨਾਂ ਦੀ ਹੀ ਜ਼ਿਆਦਾ ਹੋਈ ਹੈ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਫਾਰਮਰ ਪ੍ਰੋਟੈਸਟ। ਤੇ ਹੁਣ 2 ਜੂਨ ਓਡੀਸ਼ਾ ਦੇ ਬਾਲਾਸੋਰ 'ਚ ਹੋਈ ਇਹ ਰੇਲ ਦੁਰਘਟਨਾ। ਸਾਲ 2004 'ਚ ਸ਼੍ਰੀਲੰਕਾ 'ਚ ਹੋਈ ਇੱਕ ਟ੍ਰੇਨ ਐਕਸੀਡੈਂਟ ਜਿਹਦੇ 'ਚ ਕਿ 1700 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਹ ਦੂਜਾ ਐਡਾ ਵੱਡਾ ਐਕਸੀਡੈਂਟ ਹੈ। ਤੇ ਹੁਣ ਆਖਰ ਤੇ ਗੱਲ ਆਉਂਦੀ ਹੈ ਕਨਕਲੂਜਨ। ਇਹਦੇ ਵਿੱਚ ਜੇਕਰ ਰੇਲਵੇ ਮਿਨਿਸਟਰ ਦੇ ਅਸਤੀਫੇ ਦੀ ਗੱਲ ਕੀਤੀ ਜਾਵੇ ਤਾਂ ਉਹਦਾ ਇਸ ਚੀਜ਼ ਦਾ ਹੱਲ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਆ, ਪਰ ਕਿਤੇ ਨਾ ਕਿਤੇ ਇੰਨੀ ਕੋਸ਼ਿਸ਼ ਤੋਂ ਬਾਅਦ ਵੀ ਹਜੇ ਕੁਝ ਕਮੀਆਂ ਬਾਕੀ ਨੇ। ਸਾਨੂੰ ਜ਼ਰੂਰਤ ਹੈ ਸਾਡੇ ਸਿਸਟਮ ਦੀਆਂ ਕਮਜ਼ੋਰੀਆਂ ਨੂੰ ਸਮਝਣ ਦੀ, ਪਹਿਲਾਂ ਜੋ ਗਲਤੀਆਂ ਹੋਈਆਂ ਨੇ ਉਹਨਾਂ ਤੋਂ ਸਿੱਖਣ ਦੀ, ਤੇ ਅੱਗੇ ਆਉਣ ਵਾਲੇ ਟਾਈਮ 'ਚ ਜ਼ਰੂਰਤ ਦੇ ਹਿਸਾਬ ਨਾਲ ਇਨਫਰਾਸਟ੍ਰਕਚਰ ਬਿਲਡ ਕਰਨ ਦੀ। ਤੇ ਇੱਥੇ ਆ ਕੇ ਵੀ ਫਿਰ ਇੱਕ ਸਵਾਲ ਉੱਠਦਾ ਕਿ ਜੇਕਰ ਸਾਡੀਆਂ ਨਾਰਮਲ ਸਪੀਡ ਟ੍ਰੇਨਾਂ ਹੀ ਸੁਰੱਖਿਅਤ ਨਹੀਂ ਹੈ ਤਾਂ ਕੀ ਸਾਨੂੰ ਹਾਈ ਸਪੀਡ ਬੁਲਟ ਟ੍ਰੇਨਾਂ ਦੀ ਜ਼ਰੂਰਤ ਹੈ? ਹੋ ਸਕਦਾ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਕਿ ਉਹਨਾਂ ਲਈ ਤਾਂ ਅਲੱਗ ਤੋਂ ਟਰੈਕ ਬਣਾਏ ਜਾਣਗੇ, ਉਹਨਾਂ ਲਈ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ। ਤਾਂ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਰੀਸੈਂਟਲੀ ਜਿਹੜੀ ਵੰਦੇ ਭਾਰਤ ਟ੍ਰੇਨ ਲਾਂਚ ਹੋਈ ਹੈ ਉਹਦੀ ਬਹੁਤ ਸਾਰੇ ਲੋਕਾਂ ਨੇ ਬਹੁਤ ਤਾਰੀਫ ਕੀਤੀ ਹੈ, ਪਰ ਇੱਕ ਗੱਲ ਤੋਂ ਸਾਰੇ ਨਿਰਾਸ਼ ਨੇ ਕਿ ਉਹਦਾ ਕਿਰਾਇਆ ਬਹੁਤ ਜ਼ਿਆਦਾ ਹੈ। ਸੋ ਇੰਡੀਅਨ ਰੇਲਵੇ ਦੇ ਵਿੱਚ ਜ਼ਿਆਦਾਤਰ ਜੋ ਪੈਸੇਂਜਰ ਟਰੈਵਲ ਕਰਦੇ ਆ ਉਹ ਤਾਂ ਵੰਦੇ ਭਾਰਤ ਟ੍ਰੇਨ ਦੀ ਟਿਕਟ ਵੀ ਨਹੀਂ ਖਰੀਦ ਸਕਦੇ।
ਤੇ ਰਹੀ ਗੱਲ ਬੁਲਟ ਟ੍ਰੇਨ ਦੀ, ਤਾਂ ਇਦਾਂ ਦੀਆਂ ਸੁਵਿਧਾਵਾਂ ਸਿਰਫ ਕੁਝ ਹੀ ਜਗ੍ਹਾਵਾਂ ਲਈ ਸੀਮਿਤ ਹੋ ਕੇ ਰਹਿ ਜਾਣਗੀਆਂ। ਪਰ ਹਾਂ, ਸਰਕਾਰਾਂ ਖਬਰਾਂ 'ਚ ਆਪਣੀ ਹਰੀ ਝੰਡੀ ਦਿਖਾ ਕੇ ਨਾ ਨਾਮ ਜ਼ਰੂਰ ਚਮਕਾਉਣਗੀਆਂ। ਤੇ ਗੱਲ ਇਹ ਵੀ ਸਾਫ਼ ਹੈ ਕਿ ਆਉਣ ਵਾਲੇ 10-15 ਸਾਲਾਂ ਤੱਕ ਅਸੀਂ ਆਪਣੀਆਂ ਇਹ ਨਾਰਮਲ ਸਪੀਡ ਟ੍ਰੇਨਾਂ ਤੇ ਹੀ ਡਿਪੈਂਡ ਰਹਿਣਾ। ਸੋ ਕਨਕਲੂਜਨ ਇਹੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਅੱਜ ਦੇ ਟਾਈਮ ਤੇ ਸਾਨੂੰ ਸਾਡੇ ਲੋਕਾਂ ਦੇ ਹਿਸਾਬ ਨਾਲ ਆਪਣੇ ਰੇਲਵੇ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ, ਉਹਦੀ ਸੇਫਟੀ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ। ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਭਾਰਤ ਦਾ ਆਮ ਇਨਸਾਨ ਨਾ ਕਦੇ ਦੰਗਿਆਂ ਦੀ ਅੱਗ ਦੇ ਵਿੱਚ ਝੁਲਸਿਆ ਜਾਂਦਾ ਹੈ, ਕਦੇ ਐਮਰਜੈਂਸੀ ਚੱਲਦਾ ਹੈ ਤੇ ਕਦੇ ਘੰਟਿਆਂ ਵੱਧੀ ਨੋਟਬੰਦੀ ਦੀ ਲਾਈਨ ਦੇ ਵਿੱਚ ਖੜਦਾ ਹੈ। ਸਾਲਾਂ ਤੋਂ ਝੂਠੇ ਵਾਅਦਿਆਂ ਦੇ ਸਹਾਰੇ ਇੱਕ ਚੰਗੇ ਕੱਲ ਦੀ ਉਮੀਦ 'ਚ ਲਾਈਨ 'ਚ ਖੜਾ ਹੋ ਕੇ ਵੋਟ ਦਿੰਦਾ ਹੈ, ਚਾਹੇ ਸਰਕਾਰ ਇਨਕਮ ਟੈਕਸ ਨੂੰ ਲੈ ਕੇ ਸਾਡੇ ਸਾਹਮਣੇ ਜੋ ਵੀ ਅੰਕੜੇ ਰੱਖਦੀ ਹੋਵੇ। ਪਰ ਸੱਚ ਇਹੀ ਹੈ ਕਿ ਭਾਰਤ ਦਾ ਹਰ ਇੱਕ ਵਿਅਕਤੀ ਇਨਡਾਇਰੈਕਟ ਟੈਕਸ ਪੇ ਕਰਦਾ ਹੈ, ਜਿਹਨੂੰ ਕਿ GST ਕਿਹਾ ਜਾਂਦਾ ਹੈ। ਤਾਂ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ ਤੇ ਆਜ਼ਾਦੀ ਦੇ 75 ਸਾਲ ਬਾਅਦ ਉਹ ਇੱਕ ਆਮ ਇਨਸਾਨ ਘੱਟੋ ਘੱਟ ਰੇਲਵੇ ਦੀ ਸੇਫ ਜਰਨੀ ਦਾ ਡਿਜ਼ਰਵ ਕਰਦਾ ਹੀ ਹੈ। ਕੱਲ ਦਾ ਤਾਂ ਵੈਸੇ ਕਿਸੇ ਨੂੰ ਵੀ ਨਹੀਂ ਪਤਾ, ਪਰ ਫਿਰ ਵੀ ਸਰਕਾਰ ਦੁਆਰਾ ਇੱਕ ਅਸ਼ੋਰੈਂਸ ਦਿੱਤੀ ਜਾ ਸਕਦੀ ਹੈ ਕਿ ਅੱਗੇ ਆਉਣ ਵਾਲੇ ਟਾਈਮ 'ਚ ਇਦਾਂ ਦਾ ਭਿਆਨਕ ਹਾਦਸਾ ਨਾ ਹੋਵੇ, ਜਿੱਥੇ ਫਿਰ ਕਿਸੇ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਉਹਦੇ ਸ਼ਰਟ ਦੇ ਰੰਗ ਤੋਂ ਪਛਾਣਨੀ ਪਵੇ। ਬਾਕੀ ਤੁਹਾਡਾ ਇਸ ਚੀਜ਼ ਬਾਰੇ ਕੀ ਕਹਿਣਾ, ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਬਾਕੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਿਸੇ ਪਾਰਟਿਕੂਲਰ ਟੌਪਿਕ ਤੇ ਵੀਡੀਓ ਬਣਾਈਏ ਤਾਂ ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। ਜਲਦੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਸ਼ੁਕਰੀਆ।